कोट शुकर अकाल पुरख दा। धन 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 श्री गुरु ग्रंथ साहिब पातशाह महाराज जी दा, जिन्हां ने आप उद्यम करवाया है। जिथे अज लड़ीवार कथा की संपूर्णता हुई है, उथे अगों मुड़ लड़ीवार कथा आरंभ करने वास्ते सच्चे पातशाह ने सानू सुभाग समा बख्शिया। जिथे लड़ीवार कथा की संपूर्णता सिंह साहिब ज्ञानी जगतार सिंह जी मुख ग्रंथी श्री हरमंदर साहब दरबार साहब जी ने अज कथा की हाजरी भरदियां की है, उत्थे अगली कथा की आरंभता सिख कौम के बहुत विद्वान साधु जिहड़े ने बहुत गुरमुख आत्मा हैं, संत बलजिंदर सिंह जी राड़ा साहब वाले, वो इस कथा की आरंभता करनगे। कल भी उन्हां दी हाजरी है। अज दा दिन बहुत इतिहासक दिन है। श्री मुक्तसर साहब की खदराने की ढाब की अज दे दिन जंग हुई सी और गुरु नूं प्यार करन वालियां ने उत्थे आपा निशावर कीता सी। सो उन्हां शहीदां नूं असी जिन्नी वारी नमस्कार करिए उन्ने वारी थोड़ी है। अज इस इतिहासक दिहाड़े ते सच्चे पातशाह महाराज ने सानू ये बहुत खुशियां भरिया समा बख्शिया है। सो प्रबंधक साहबाना वालों भी आप सारिया संगतां नूं लख 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 वधाइयां। जिन्हां विद्वानां ने पहला हाजरियां भरियां उन्हां दा धन्नवाद, जिन्हां ने अगों आके भरनियां ने उन्हां नूं जी आया। और कथा की आरंभता तो बाद साडे धर्म प्रचार कमेटी के चेयरमैन सरदार जसप्रीत सिंह जी करमसर वो आप संगत के दर्शन करनगे। सो मैं सिंह साहब जी नूं बाबा जी नूं जी आया आखदा। वाहिगुरु जी का खालसा वाहिगुरु जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक मन पुरख ध्याए वरदाता, संत सहार सदा विख्याता। दास चरण लै हृदय बसावों, तो परम गुरु नानक गुण गावों। गावों गुण परम गुरु सुख सागर, दुर्त निवारण सब शब्द सरे। गावै गंभीर धीर मत सागर, जोगी जंगम ध्यान धरे। गावै इंद्राद भगत प्रहलादक, आत्म रस जिन जानियो। कवि कल सुजस गावों गुरु नानक, राज जोग जिन माणियो। हादर हो तो जहाँ सिमरे, सुख सागर जाहे पिखे सुर सादर। सादर चे एक आत्म ज्ञान, बड़ी विषया तप को बड़ बहादुर।
ਹਾਦਰ ਹੋ ਜਹਾਂ ਸਿਮਰੇ ਸੁਖ ਸਾਗਰ ਜਾਹੇ ਪਿਖੇ ਸੁਰ ਸਾਦਰ। ਸਾਧ ਰਚੇਕ ਆਤਮ ਗਿਆਨ ਬੜੀ ਵਿਸ਼ਿਆ ਤਪ ਕੋ ਬੜ ਬਾਦਰ। ਬਾਦ ਰਹੇ ਸਿਖ ਵੈ ਨਰ ਸੇ ਜਿਨ ਜਾਣਿਓ ਨਹੀਂ ਇਹੀ ਜਗ ਕਾਦਰ। ਕਾਦਰ ਹੈ ਜਮ ਕੋ ਤਿਨ ਜੀਵਨ ਅੰਤ ਭਜੈ ਗੁਰੂ ਤੇਗ ਬਹਾਦਰ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਦਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਪਿਛਲੇ ਕਈ ਸਾਲਾਂ ਤੋਂ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਇਸ ਪਾਵਨ ਪਵਿੱਤਰ ਸਥਾਨ 'ਤੇ ਨਿਰੰਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਸੀ। ਕੁਝ ਸਮਾਂ ਪਹਿਲਾਂ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਸੰਪੂਰਨਤਾ ਕੀਤੀ ਹੈ। ਉਪਰੰਤ ਗੁਰਬਾਣੀ ਦੀ ਕਥਾ ਦੇ ਉਸੇ ਪ੍ਰਵਾਹ ਨੂੰ ਜਾਰੀ ਰੱਖਣ ਵਾਸਤੇ ਆਪਾਂ ਨੂੰ ਅਵਸਰ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਕੇ ਗੁਰੂ ਸ਼ਬਦ ਦੇ ਨਾਲ ਔਰ ਗੁਰੂ ਕੀ ਪਵਿੱਤਰ ਬਾਣੀ ਦੇ ਨਾਲ ਜੁੜਨ ਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਬਾਣੀ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪ੍ਰਾਰੰਭਤਾ ਹੁੰਦੀ ਹੈ। ਹਾਲਾਂਕਿ ਜਿਸ ਤਰ੍ਹਾਂ ਪਹਿਲਾਂ ਵੀ ਸਿੰਘ ਸਾਹਿਬ ਜੀ ਨੇ ਦੱਸਿਆ ਹੈ ਕਿ ਇੱਥੇ ਵਿਸ਼ੇਸ਼ ਤੌਰ 'ਤੇ ਜ਼ਿਕਰ ਨਹੀਂ, ਮਹੱਲਾ ਪਹਿਲਾ ਦਾ ਇੱਥੇ ਕੋਈ ਸਿਰਲੇਖ ਨਹੀਂ ਮਿਲਦਾ, ਪਰ ਇਹ ਗੱਲ ਵਿਦਿਤ ਹੈ, ਆਪਾਂ ਸਾਰੇ ਭਲੀ ਪ੍ਰਕਾਰ ਜਾਣਦੇ ਹਾਂ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਹੈ ਔਰ ਜਿਹੜੀ ਇੱਕ ਤੋਂ ਸ਼ੁਰੂ ਹੁੰਦੀ ਹੈ। ਜੇ ਅੰਕਾਵਲੀ ਦੇ ਹਿਸਾਬ ਨਾਲ ਦੇਖਿਆ ਜਾਵੇ, ਪਹਿਲਾ ਹਿੰਦਸਾ ਇੱਕ ਹੈ। ਗੁਰਬਾਣੀ ਸਾਡੇ ਗੁਰੂ ਸਾਹਿਬਾਨ ਨੇ ਗੁਰਮੁਖੀ ਲਿਪੀ ਦੇ ਵਿੱਚ ਲਿਖਾਈ ਹੈ। ਜਿਤਨੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹੱਥ ਲਿਖਤ ਸਰੂਪ ਨੇ, ਉਹ ਸਾਰੇ ਦੇ ਸਾਰੇ ਗੁਰਮੁਖੀ ਲਿਪੀ ਵਿੱਚ ਮਿਲਦੇ ਨੇ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਇਸ ਗੁਰਮੁਖੀ ਸਕ੍ਰਿਪਟ ਨੂੰ ਬਾਕਾਇਦਾ ਤੌਰ 'ਤੇ ਅਡਾਪਟ ਕੀਤਾ ਗਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਘਰ ਵਜੋਂ ਤਵਾਰੀਖ
ਇਤਿਹਾਸ ਲਿਖਣ ਦੀ ਪਰੰਪਰਾ ਪ੍ਰਚਲਿਤ ਕੀਤੀ, ਉਹ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਇਓਗ੍ਰਾਫੀ, ਉਹਨਾਂ ਦੀ ਜਨਮ ਸਾਖੀ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਲਿਪੀ ਵਿੱਚ ਹੀ ਲਿਖਾਈ। ਉਦੋਂ ਤੋਂ ਇਹ ਪਰੰਪਰਾ ਬਣ ਗਈ, ਭਾਵੇਂ ਕੋਈ ਗੁਰਬਾਣੀ ਦਾ ਸਰੋਤ ਹੈ, ਭਾਵੇਂ ਇਤਿਹਾਸ ਦਾ ਸਰੋਤ ਹੈ, ਭਾਵੇਂ ਗੁਰਮਤਿ ਦਾ ਗਿਆਨ ਦੇਣ ਵਾਲੇ ਸਾਡੇ ਗੁਰੂ ਸਾਹਿਬਾਨ ਦੇ ਹੋਰ ਗੁਰਸਿੱਖਾਂ ਦੇ ਗਿਆਨ ਦੇ ਸਰੋਤ ਹਨ, ਉਹ ਗੁਰਮੁਖੀ ਸਕ੍ਰਿਪਟ ਜਾਂ ਗੁਰਮੁਖੀ ਲਿਪੀ ਵਿੱਚ ਹੀ ਮਿਲਦੇ ਹਨ। ਜਿਸ ਤਰ੍ਹਾਂ ਪਹਿਲਾਂ ਅਰਜ਼ ਕੀਤੀ ਹੈ, ਅੰਕਾਵਲੀ ਦੇ ਵਿੱਚ ਹਿੰਦਸਿਆਂ ਦੇ ਵਿੱਚ ਸਭ ਤੋਂ ਪਹਿਲਾ ਹਿੰਦਸਾ ਇੱਕ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੁਰੂਆਤ ਇੱਕ ਤੋਂ ਕਰ ਰਹੇ ਨੇ। ਗੁਰਮੁਖੀ ਦੇ 3 ਸਵਰ, ਉਹਨਾਂ ਵਿੱਚੋਂ ਪਹਿਲਾ ਸਵਰ ਊੜਾ ਹੈ। ਇੱਕ ਤੋਂ ਬਾਹਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲਾ ਸਵਰ ਰੱਖਿਆ ਹੈ। ਫਿਰ ਜਿਤਨੇ ਵਿਅੰਜਨ ਨੇ, ਜਿਹੜੀ ਗੁਰਮੁਖੀ ਦੀ ਵਰਣਮਾਲਾ ਜਾਂ ਗੁਰਮੁਖੀ ਦੀ 35 ਹੈ, ਉਸ ਦੇ 32 ਵਿਅੰਜਨ ਹਨ, ਔਰ 32 ਦੇ ਵਿੱਚੋਂ ਪਹਿਲਾ ਵਿਅੰਜਨ ਹੈ ਸਾ ਜਾਂ ਸੱਸਾ। ਉਹ ਸਾਰ ਸੰਗਤ ਬੜੀ ਵਿਚਿੱਤਰ ਗੱਲ ਹੈ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹੋ ਜਿਹੀ ਤਰਤੀਬ ਰੱਖੀ ਹੈ। ਸ਼ੁਰੂਆਤ ਕੀਤੀ ਹੈ ਇੱਕ ਤੋਂ। ਇੱਕ ਦਾ ਭਾਵ ਠੀਕ ਹੈ, ਸਤਿਗੁਰੂ ਜੀ ਨੇ ਭਾਵੇਂ ਇਸ ਨੂੰ ਹਿੰਦਸੇ ਵਿੱਚ ਲਿਖਿਆ ਹੈ, ਪਰ ਇੱਕ ਦਾ ਅਰਥ ਇੱਥੇ ਸੰਖਿਆ ਬੋਧਕ ਨਹੀਂ ਲਿਆ ਜਾਂਦਾ। ਇੱਕ ਤੋਂ ਭਾਵ ਹੈ ਅਦੁੱਤੀ, ਲਾਸਾਨੀ, ਜਿਹਦੇ ਨਾਲ ਦਾ ਹੋਰ ਕੋਈ ਹੈ ਹੀ ਨਹੀਂ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਉਸ ਦੇ ਸਦਰਸ਼ ਦੇ ਕੀ, ਉਸ ਦੇ ਨੇੜੇ ਤੇੜੇ ਦਾ ਵੀ ਕੋਈ ਹੋਰ ਬਿਆਨ ਨਹੀਂ ਕੀਤਾ ਜਾ ਸਕਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ। ਉਹਦਾ ਸਭ ਤੋਂ ਵੱਡਾ ਗੁਣ, ਉਸਦੀ ਸਭ ਤੋਂ ਵੱਡੀ ਸਿਫਤ ਹੀ ਇਹ ਹੈ ਕਿ ਉਹਦੇ ਜੈਸਾ ਹੋਰ ਕੋਈ ਨਹੀਂ। ਫਿਰ ਪਿੱਛੇ ਹੋਇਆ ਹੋਵੇਗਾ ਜਾਂ ਅੱਗੋਂ ਵਾਸਤੇ ਹੋਵੇਗਾ, ਸਤਿਗੁਰੂ ਜੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਨਾ ਕੋ ਹੋਆ ਨਾ ਕੋ ਹੋਏ। ਇੱਕ ਨੂੰ ਵੀ ਸਤਿਗੁਰੂ ਜੀ ਨੇ ਹਿੰਦਸੇ ਵਿੱਚ ਜਾਂ ਅੰਕ ਦੇ ਵਿੱਚ ਲਿਖਿਆ ਹੈ, ਇਹਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾ ਸਕੇ। ਜੇ ਈੜੀ ਔਰ ਕੱਕਾ ਪਾ ਕੇ ਇੱਕ ਲਿਖ ਦਿੰਦੇ, ਕਈ ਚਤੁਰ ਵਿਦਵਾਨ ਉਸ ਦਾ ਸੰਧੀ ਛੇਦ ਕਰਕੇ ਅਰਥਾਂ ਦਾ ਅਨਰਥ ਕਰ ਦਿੰਦੇ ਨੇ। ਇਸ ਕਰਕੇ ਸਤਿਗੁਰੂ ਜੀ ਨੇ ਇੱਥੇ ਇੱਕ ਨੂੰ ਬੋਧਕ ਮੰਨਿਆ, ਅਦਵੈਤ ਦਾ ਜਾਂ ਨਿਰਦਵੰਦ ਦਾ। ਜੋ ਓਅੰਕਾਰ ਸੰਸਕ੍ਰਿਤ ਦੇ ਵਿਦਵਾਨਾਂ ਨੇ ਇਸ ਨੂੰ 3 ਦੇਵ ਰੂਪ ਬ੍ਰਹਮਾ, ਵਿਸ਼ਨੂੰ ਜਾਂ ਸ਼ਿਵ ਦੇ ਰੂਪ ਦੇ ਵਿੱਚ ਕਲਪਿਆ ਹੈ। ਪਰ ਗੁਰਮਤਿ ਨੇ ਓਅੰਕਾਰ ਨੂੰ ਕਰਤਾਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਬੋਧਕ ਮੰਨਿਆ ਹੈ। ਜਿਹੜਾ ਇਹਨਾਂ ਨੂੰ ਪੈਦਾ ਕਰਨ ਵਾਲਾ ਹੈ, ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਓਅੰਕਾਰ ਬ੍ਰਹਮਾ ਉਤਪਤ।
ਇਸ ਦਾ ਉਚਾਰਨ ਵੀ ਸ਼ੁੱਧ ਕਰਨਾ ਜ਼ਰੂਰੀ ਹੈ। ਬਹੁਤ ਸਾਰੇ ਸੱਜਣ ਕਈ ਵਾਰ ਬੇਧਿਆਨੀ ਦੇ ਵਿੱਚ ਜਾਂ ਕਿਸੇ ਤੋਂ ਸੰਥਿਆ ਨਾ ਲੈਣ ਦੇ ਕਾਰਨ ਏਕ ਓਂਕਾਰ ਜਾਂ ਕਈ ਇੱਕ ਓਂਕਾਰ ਇਸ ਤਰ੍ਹਾਂ ਦਾ ਉਚਾਰਨ ਕਰਦੇ ਨੇ ਜੋ ਕਿ ਅਸ਼ੁੱਧ ਹੈ। ਸਾਧ ਸੰਗਤ ਵੈਸੇ ਬਾਣੀ ਮੰਤਰ ਰੂਪ ਹੈ ਔਰ ਮੰਤਰ ਹਮੇਸ਼ਾ ਸ਼ੁੱਧ ਉਚਾਰਨ ਕਰੀਂਦਾ ਹੈ। ਇਸ ਕਰਕੇ ਆਪਾਂ ਇਤਿਹਾਸ ਪੜ੍ਹਦੇ ਹਾਂ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਹਮੇਸ਼ਾ ਹੀ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਦੀ ਨਸੀਹਤ ਦਿੱਤੀ ਹੈ। ਬਹੁਤ ਵਾਰ ਆਪਨੇ ਇਹ ਪ੍ਰਕਰਨ ਸੁਣਿਆ ਹੋਵੇਗਾ ਕਿ ਇੱਕ ਸਮੇਂ ਸ੍ਰੀ ਅਨੰਦਪੁਰ ਸਾਹਿਬ ਇੱਕ ਸਿੱਖ ਗੁਰਬਾਣੀ ਦਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਓਂਕਾਰ ਦਾ, ਕਿਉਂਕਿ ਇਸ ਬਾਣੀ ਨੂੰ ਵੀ ਕਈ ਵਾਰ ਆਪਾਂ ਦੱਖਣੀ ਓਂਕਾਰ ਕਹਿ ਦਿੰਦੇ ਹਾਂ। ਇਸ ਬਾਣੀ ਦਾ ਸਿਰਲੇਖ ਹੈ ਓਂਕਾਰ। ਰਾਮਕਲੀ ਰਾਗ ਦੇ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤੀ ਹੈ। ਰਾਮਕਲੀ ਮਹੱਲਾ ਪਹਿਲਾ ਦੱਖਣੀ। ਇਹ ਦੱਖਣੀ ਰਾਮਕਲੀ ਰਾਗ ਦੀ ਪ੍ਰਜਾਤੀ ਹੈ। ਦੱਖਣੀ ਦਾ ਸੰਬੰਧ ਰਾਮਕਲੀ ਦੇ ਨਾਲ ਹੈ, ਨਾ ਕਿ ਓਂਕਾਰ ਦੇ ਨਾਲ। ਪਰ ਪ੍ਰਚਲਿਤ ਹੈ ਇਸ ਬਾਣੀ ਦਾ ਨਾਮ ਕਈ ਦੱਖਣੀ ਓਂਕਾਰ ਕਹਿ ਦਿੰਦੇ ਨੇ। ਵੈਸੇ ਓਂਕਾਰ ਬਾਣੀ ਦਾ ਜਾਪ ਕਰ ਰਿਹਾ ਹੈ। ਸਤਿਗੁਰੂ ਜੀ ਵੀ ਬੈਠੇ ਨੇ, ਸਿੱਖ ਜ਼ਬਾਨ ਨਾਲ ਬੋਲ ਕੇ ਬਾਣੀ ਪੜ੍ਹ ਰਿਹਾ ਹੈ। ਆਵਾਜ਼ ਸਤਿਗੁਰੂ ਜੀ ਦੇ ਕੰਨਾਂ ਤੱਕ ਪਹੁੰਚਦੀ ਹੈ। ਇੱਥੇ ਇੱਕ ਪੰਕਤੀ ਆਉਂਦੀ ਹੈ, ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਉਹ ਪ੍ਰਮਾਤਮਾ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਿਰਜਣਹਾਰ ਹੈ, ਉਹ ਆਪਣੀ ਗਤਮਿਤ ਆਪ ਜਾਣਦਾ ਹੈ ਜਾਂ ਫਿਰ ਸੂਰਾ ਗੁਰੂ ਜਾਣਦਾ ਹੈ। ਕਹਿ ਜਾਣੇ ਗੁਰਸੂਰਾ, ਕਹਿ ਤੋਂ ਭਾਵ ਜਾਂ। ਪਰ ਸਿੱਖ ਉੱਥੇ ਟਪਲਾ ਖਾ ਗਿਆ, ਕਹਿ ਦੀ ਬਜਾਏ ਉਸਨੇ ਕਹਿ ਪੜ੍ਹ ਦਿੱਤਾ। ਸਤਿਗੁਰੂ ਜੀ ਨੇ ਆਪਣੇ ਹਜ਼ੂਰੀਆ ਸੇਵਾ ਆਦਰ ਨੂੰ ਹੁਕਮ ਕੀਤਾ ਵੀ ਜਾ ਕੇ ਸਿੱਖ ਨੂੰ ਵਰਜ ਬਾਣੀ ਦਾ ਸ਼ੁੱਧ ਪਾਠ ਕਰੇ। ਸਤਿਗੁਰੂ ਜੀ ਦਾ ਸੇਵਾਦਾਰ ਗਿਆ, ਸਿੱਖ ਨੂੰ ਜਾ ਕੇ ਕਹਿਣ ਲੱਗਿਆ ਵੀ ਬਾਣੀ ਸ਼ੁੱਧ ਪੜ੍ਹ, ਸਤਿਗੁਰੂ ਜੀ ਦੀ ਆਗਿਆ ਹੈ। ਇਸ ਨੇ ਫਿਰ ਪਾਠ ਸ਼ੁਰੂ ਕਰ ਦਿੱਤਾ। ਉਸ ਪੰਕਤੀ 'ਤੇ ਆ ਕੇ ਇਸ ਨੇ ਦੁਬਾਰਾ ਫਿਰ ਕਹਿ ਦੀ ਬਜਾਏ ਕੇ ਪੜ੍ਹ ਦਿੱਤਾ। ਸਤਿਗੁਰੂ ਜੀ ਨੇ ਦੂਸਰੀ ਵਾਰ ਵਰਜਿਆ, ਸਿੱਖ ਨੂੰ ਭੇਜਿਆ। ਸਿੱਖ ਨੇ ਫਿਰ ਇਸ ਨੂੰ ਨਸੀਹਤ ਦਿੱਤੀ ਸਤਿਗੁਰੂ ਜੀ ਵੱਲੋਂ ਵੀ ਗੁਰਬਾਣੀ ਦਾ ਸ਼ੁੱਧ ਉਚਾਰਨ ਕਰ। ਪਰ ਉਸ ਬਾਣੀ ਪੜ੍ਹਨ ਵਾਲੇ ਸਿੱਖ ਨੇ ਤੀਸਰੀ ਵਾਰ ਵੀ ਕਹਿ ਦੀ ਥਾਂ ਕੇ ਹੀ ਪੜ੍ਹ ਦਿੱਤਾ। ਹੁਣ ਸਤਿਗੁਰੂ ਜੀ ਦਾ ਹਜ਼ੂਰੀਆ ਸੇਵਾਦਾਰ ਉਹ ਵੀ ਥੋੜ੍ਹਾ ਤੈਸ਼ ਵਿੱਚ ਆ ਗਿਆ। ਇਸ ਨੇ ਜਾ ਕੇ ਉਸਦੇ ਤਮਾਚਾ ਜੜ ਦਿੱਤਾ। ਇਹ ਰੋਂਦਾ ਹੋਇਆ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸ ਆਇਆ। ਮਹਾਰਾਜ ਆਪ ਦੀ ਬਾਣੀ ਤੇ ਜਮਾਂ ਦੀ ਮਾਰ ਤੋਂ ਛਡਾਉਂਦੀ ਹੈ, ਮੈਨੂੰ ਤਾਂ ਇੱਥੇ ਹੀ ਚਪੇੜਾਂ ਵੱਜ ਰਹੀਆਂ ਨੇ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਬਾਣੀ ਜਮਾਂ ਦੀ ਮਾਰ ਤੋਂ ਤਾਂ ਛੁਡਾਉਂਦੀ ਹੈ, ਪਰ ਤੂੰ ਜਦੋਂ ਬਾਣੀ ਦਾ ਸ਼ੁੱਧ ਉਚਾਰਨ ਕਰ ਰਿਹਾ ਸੀ ਵੀ ਉਦੋਂ ਸਾਡੇ ਅੰਗ ਭੰਗ ਹੋ ਰਹੇ ਸਨ। ਮਹਾਰਾਜ ਮੇਰੇ ਪਾਸੋਂ ਕੀ ਅਵੱਗਿਆ ਹੋ ਗਈ। ਸਤਿਗੁਰੂ ਜੀ ਕਹਿਣ ਲੱਗੇ ਵੀ ਫਿਰ ਪੜ੍ਹ ਉਹੋ ਹੀ ਪੰਕਤੀ। ਸਾਧ ਸੰਗਤ ਸਿੱਖ ਨੇ ਚੌਥੀ ਵਾਰ ਫਿਰ ਕਹਿ ਦੀ ਥਾਂ ਕੇ ਹੀ ਕਹਿ ਦਿੱਤਾ, ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਪਰਮਾਤਮਾ ਆਪਣੀ ਗਤਮਿਤ ਆਪ ਜਾਣਦਾ ਹੈ ਜਾਂ ਸੂਰਾ ਗੁਰੂ ਜਾਣਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖ, ਇੱਕ ਮਾਤਰਾ ਦਾ ਫਰਕ ਪਿਆ ਹੈ। ਤਾਂ ਕਹਿ ਦੀ ਥਾਂ ਕੇ ਪੜ੍ਹਿਆ, ਪਰ ਅਰਥਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਪੈ ਗਿਆ।
ਸ਼ੁੱਧ ਪਾਠ ਹੈ ਕਹਿ ਜਾਣੇ ਗੁਰੂ ਸੂਰਾ, ਵੀ ਪਰਮਾਤਮਾ ਆਪਣੀ ਗਤਮਿਤ ਆਪ ਜਾਣਦਾ ਹੈ ਜਾਂ ਸੂਰਾ ਗੁਰੂ ਜਾਣਦਾ ਹੈ। ਜੇ ਪਾਠ ਕੇ ਹੋਵੇ ਫਿਰ ਇਸ ਦਾ ਅਰਥ ਇਹ ਹੋਵੇਗਾ ਕਿ ਪਰਮਾਤਮਾ ਆਪਣੀ ਗਤਮਿਤ ਆਪ ਤੇ ਜਾਣਦਾ ਹੈ। ਕੇ ਜਾਣੇ ਗੁਰੂ ਸੂਰਾ, ਸੂਰਾ ਗੁਰੂ ਕੀ ਜਾਣਦਾ ਹੈ। ਅਰਥਾਂ ਦੇ ਅਨਰਥ ਹੋ ਗਏ ਨਾ। ਇਸ ਕਰਕੇ ਗੁਰੂ ਕੀ ਆਗਿਆ ਗੁਰਸਿੱਖਾਂ ਵਾਸਤੇ ਗੁਰਬਾਣੀ ਦਾ ਸ਼ੁੱਧ ਪਾਠ ਸ਼ੁੱਧ ਉਚਾਰਨ ਕਰਨ ਲਈ। ਇੱਥੇ ਇਸ ਦਾ ਸ਼ੁੱਧ ਉਚਾਰਨ ਹੈ ਇੱਕ ਓੰਕਾਰ। ਓੰਕਾਰ ਜਿਹੜਾ ਸਭਨਾਂ ਦਾ ਪ੍ਰਕਾਸ਼ਕ ਹੈ, ਔਰ ਓੰਕਾਰ ਜਿਹੜਾ ਸਭਨਾਂ ਦਾ ਰੱਖਿਅਕ ਹੈ, ਕਿਉਂਕਿ ਸੰਸਕ੍ਰਿਤ ਦੇ ਵਿੱਚ ਓਮ ਸ਼ਬਦ ਆਉਂਦਾ ਹੈ। ਇਹ ਕਾਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਾਈ ਹੈ। ਕਾਰ ਤੰਤਰ ਸ਼ਾਸਤਰ ਅਨੁਸਾਰ ਖਿੱਚੀ ਹੋਈ ਉਸ ਲਕੀਰ ਨੂੰ ਕਿਹਾ ਜਾਂਦਾ ਹੈ ਜਿਹੜੀ ਸੁਰੱਖਿਆ ਦੇ ਕਵਚ ਦਾ ਕੰਮ ਕਰੇ। ਗੁਰਬਾਣੀ ਭਾਵੇਂ ਕਿਸੇ ਤੰਤਰ ਸ਼ਾਸਤਰ ਨੂੰ ਨਹੀਂ ਮੰਨਦੀ, ਪਰ ਸਿੱਖ ਵਾਸਤੇ ਸਭ ਤੋਂ ਵੱਡੀ ਕਾਰ, ਸਭ ਤੋਂ ਵੱਡੀ ਓਟ ਇੱਕ ਪਰਮਾਤਮਾ ਦੀ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਹੈ। ਸਾਧ ਸੰਗਤ ਇਹ ਦਰਅਸਲ ਮੰਗਲ ਰੂਪ ਹੈ। ਇਸ ਨੂੰ ਵਿਦਵਾਨਾਂ ਨੇ ਵਸਤੂ ਨਿਰਦੇਸ਼ ਮੰਗਲ ਮੰਨਿਆ ਹੈ, ਕਿਉਂਕਿ ਮੰਗਲ ਦੇ ਕਈ ਭੇਦ ਨੇ। ਇੱਕ ਮੰਗਲ ਹੁੰਦਾ ਹੈ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ, ਉਸ ਨੂੰ ਆਸ਼ੀਰਵਾਦਕ ਮੰਗਲ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਆਸ਼ੀਰਵਾਦਕ ਮੰਗਲ ਹੈ। ਇੱਕ ਨਮਸਕਾਰਾਤਮਕ ਮੰਗਲ ਹੋਇਆ ਕਰਦਾ ਹੈ। ਆਪਣੇ ਇਸ਼ਟ ਅੱਗੇ ਨਮਸਕਾਰ ਕੀਤੀ ਜਾਂਦੀ ਹੈ। ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਇਹ ਨਮਸਕਾਰ ਹੈ ਆਪਣੇ ਇਸ਼ਟ ਨੂੰ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਾਧ ਸੰਗਤ ਇਹ ਵਸਤੂ ਨਿਰਦੇਸ਼ ਮੰਗਲ ਹੈ। ਵਸਤੂ ਨਿਰਦੇਸ਼ ਮੰਗਲ ਦੇ ਵਿੱਚ ਜਿਸ ਦੀ ਉਪਮਾ ਕੀਤੀ ਜਾਵੇ, ਸਿਰਫ ਉਸ ਦੇ ਗੁਣਾਂ ਦਾ ਬਿਆਨ ਕੀਤਾ ਜਾਂਦਾ ਹੈ। ਕੋਈ ਮੰਗਲ ਕਰਨ ਦਾ ਹੋਰ ਕੋਈ ਮਨੋਰਥ ਨਹੀਂ ਹੁੰਦਾ। ਸਿਰਫ ਔਰ ਸਿਰਫ ਆਪਣੇ ਇਸ਼ਟ ਦੀ ਉਪਮਾ, ਆਪਣੇ ਇਸ਼ਟ ਦੀ ਉਸਤ ਕਰਨਾ ਹੀ ਹੋਇਆ ਕਰਦਾ ਹੈ। ਇੱਥੇ ਇੱਕ ਤੋਂ ਸ਼ੁਰੂ ਕਰਦੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਉਹ ਹਸਤੀ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹਦੇ ਜੈਸਾ ਹੋਰ ਕੋਈ ਹੈ ਹੀ ਨਹੀਂ। ਸਾਹਿਬ ਮੇਰਾ ਏਕੋ ਹੈ। ਦੁਬਾਰਾ ਫਿਰ ਸਤਿਗੁਰੂ ਜੀ ਨੇ ਰਿਪੀਟ ਕੀਤਾ ਹੈ, ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਉਸ ਨੂੰ ਕੋਈ ਦੂਜਾ ਨਹੀਂ ਕਲਪ ਲੈਣਾ। ਏਕੋ ਹੈ ਭਾਈ, ਏਕੋ ਹੈ। ਓਂਕਾਰ ਉਹ ਸਭਨਾਂ ਦਾ ਪ੍ਰਕਾਸ਼ਕ ਹੈ, ਸਭਨਾਂ ਦੀ ਰੱਖਿਆ ਕਰਨ ਵਾਲਾ ਹੈ। ਅੱਗੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਹੈ। ਸ਼ੁਰੂ ਕੀਤਾ ਸਤ ਤੋਂ। ਜਿਹੜਾ ਸਤ ਹੈ, ਸੰਸਕ੍ਰਿਤ ਦਾ ਲਫ਼ਜ਼ ਸੱਤਿਆ ਹੈ, ਇਹ ਉਸ ਦਾ ਵਾਚਕ ਹੈ, ਸੱਚ ਜਾਂ ਝੂਠ ਦਾ ਵਾਚਕ ਨਹੀਂ। ਉਸ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਵੀ ਸਤ ਹੈ, ਭਾਵ ਅਬਿਨਾਸੀ। ਸਤ ਉਸ ਨੂੰ ਕਿਹਾ ਜਾਂਦਾ ਹੈ ਜਿਹੜੀ ਹੁਣ ਵੀ ਮੌਜੂਦ ਹੈ, ਜੋ ਪਿੱਛੇ ਸਮਾਂ ਬੀਤ ਗਿਆ ਭੂਤਕਾਲ ਵਿੱਚ ਵੀ ਮੌਜੂਦ ਸੀ, ਔਰ ਜੋ ਆਉਣ ਵਾਲਾ ਵਕਤ ਭਵਿੱਖ ਦੇ ਵਿੱਚ ਵੀ ਸਲਾਮਤ ਰਹੇਗਾ। ਜਿਹੜੀ ਚੀਜ਼ ਅੱਜ ਮੌਜੂਦ ਹੈ, ਕੱਲ੍ਹ ਨਹੀਂ ਸੀ, ਉਸ ਨੂੰ ਸਤ ਨਹੀਂ ਕਿਹਾ ਜਾ ਸਕਦਾ। ਕੱਲ੍ਹ ਸੀ ਪਰ ਅੱਜ ਨਹੀਂ, ਉਸ ਨੂੰ ਸਤ ਨਹੀਂ ਕਿਹਾ ਜਾ ਸਕਦਾ। ਜਿਹੜੀ ਅੱਜ ਹੈ, ਆਉਣ ਵਾਲੇ ਕਾਲ ਦੇ ਵਿੱਚ ਨਹੀਂ ਹੋਵੇਗੀ, ਉਸ ਨੂੰ ਸਤ ਨਹੀਂ ਕਿਹਾ ਜਾ ਸਕਦਾ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ
ਸਤ ਹਸਤੀ ਸਿਰਫ ਉਹ ਹੀ ਹੈ, ਸਤ ਉਸ ਦਾ ਸਰੂਪ ਵੀ ਹੈ ਔਰ ਸਤ ਉਸ ਦਾ ਨਾਮ ਵੀ ਹੈ। ਕਿਰਤਮ ਨਾਮ ਕਥੇ ਤੇਰੇ ਜੇਵਾ, ਸਤਨਾਮ ਤੇਰਾ ਪਰਾਪੂਰਬਲਾ। ਉਹ ਸਾਧ ਸੰਗਤ ਨਾਵਾਂ ਦੀ ਬਾਬਤ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਇੱਕ ਥਾਂ ਤੇ ਫਰਮਾਨ ਕਰਦੇ ਨੇ, ਅਨਾਮ ਹੈ, ਇਹ ਪ੍ਰਭੂ ਤੇਰਾ ਨਾਮ ਹੀ ਕੋਈ ਨਹੀਂ, ਅਕਾਮ ਹੈ, ਨਾਮ ਠਾਮ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ, ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਈ ਪੁਰਤੀਨ। ਹੁਣ ਇੱਥੇ ਮਨ ਵਿੱਚ ਸੰਦੇਹ ਪੈਦਾ ਹੋ ਸਕਦਾ ਹੈ ਵੀ ਇੱਕ ਤੇ ਸਤਿਗੁਰੂ ਜੀ ਕਹਿ ਰਹੇ ਨੇ ਉਸ ਦਾ ਨਾਮ ਹੀ ਕੋਈ ਨਹੀਂ, ਔਰ ਇੱਥੇ ਪ੍ਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਤ ਬਿਆਨ ਕੀਤਾ ਗਿਆ ਹੈ। ਜਾਂ ਪ੍ਰਮਾਤਮਾ ਦੇ ਗੁਰਬਾਣੀ ਵਿੱਚ ਹੀ ਪਹਿਲਾਂ ਤੇ ਕਿਤਨੇ ਨਾਮ ਆਉਂਦੇ ਨੇ, ਔਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ ਹੈ ਕਿ ਅਸੀਂ ਜਿਤਨੇ ਵੀ ਪ੍ਰਮਾਤਮਾ ਦੇ ਨਾਮ ਨੇ ਸਾਰਿਆਂ ਤੋਂ ਬਲਿਹਾਰ ਸਦਕੇ ਜਾਂਦੇ ਹਾਂ। ਸਾਡਾ ਕਿਸੇ ਨਾਮ ਦੇ ਨਾਲ ਕੋਈ ਮਤਭੇਦ ਨਹੀਂ, ਕਿਸੇ ਨਾਮ ਦੇ ਨਾਲ ਸਾਨੂੰ ਨਫ਼ਰਤ ਨਹੀਂ। ਸਿਰ ਨਾਨਕ ਲੋਕਾ ਪਾਵ ਹੈ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਤੇਰੇ ਨਾਮ ਜਿੰਨੇ ਵੀ ਨੇ ਸੇ ਸਾਰਿਆਂ ਤੋਂ ਹੀ ਬਲਿਹਾਰ, ਸਾਰਿਆਂ ਤੋਂ ਹੀ ਸਦਕੇ ਜਾਂਦੇ ਹਾਂ। ਆਪਣੀ ਸਮਝ ਅਨੁਸਾਰ, ਆਪਣੀ ਭਾਸ਼ਾ ਅਨੁਸਾਰ, ਆਪਣੇ ਸੰਸਕਾਰਾਂ ਅਨੁਸਾਰ ਕਿਸੇ ਨੇ ਪਰਮਾਤਮਾ ਦਾ ਕੋਈ ਨਾਮ ਕਲਪ ਲਿਆ, ਕਿਸੇ ਨੇ ਕਿਸੇ ਨਾਮ ਦੀ ਕਲਪਨਾ ਕਰ ਲਈ। ਉਹ ਸਾਰ ਸੰਗਤ ਪਰਮਾਤਮਾ ਇਹਦੇ ਵਿੱਚ ਵੀ ਖੁਸ਼ ਹੈ। ਜਿਸ ਨਾਮ ਦੇ ਨਾਲ ਵੀ ਉਸ ਨੂੰ ਕੋਈ ਯਾਦ ਕਰਦਾ ਹੈ ਉਹ ਨਾਮ ਦੀਆਂ ਬਰਕਤਾਂ ਹਾਸਲ ਕਰ ਲੈਂਦਾ ਹੈ। ਪਰ ਜਿਹੜੇ ਆਮ ਤੌਰ 'ਤੇ ਪਰਮਾਤਮਾ ਦੇ ਨਾਮ ਉਚਾਰਨ ਕੀਤੇ ਜਾਂਦੇ ਨੇ, ਕੋ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ, ਚੱਕਰ ਚਹਿ ਨਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤਬ ਸਰਬ ਨਾਮ ਕਥੈ ਕਵਨ। ਇੰਨੇ ਨਾਮ ਨੇ ਪ੍ਰਮਾਤਮਾ ਦੇ ਕੌਣ ਬਿਆਨ ਕਰ ਸਕਦਾ ਹੈ? ਔਰ ਜਿੰਨੇ ਕਿ ਬਿਆਨ ਵੀ ਕੀਤੇ ਜਾਂਦੇ ਨੇ, ਕਰਮ ਨਾਮ ਵਰਣਤ ਸੁਮਤ, ਉਹ ਸਾਰੇ ਪ੍ਰਮਾਤਮਾ ਦੇ ਕਿਰਤਮ ਨਾਮ ਨੇ। ਪਰਮਾਤਮਾ ਨੇ ਕਿਸੇ ਸਰੂਪ ਦੇ ਵਿੱਚ ਆ ਕੇ ਜਾਂ ਕਿਸੇ ਸ਼ਕਲ ਦੇ ਵਿੱਚ ਜਾਂ ਕਿਸੇ ਸੂਰਤ ਦੇ ਵਿੱਚ ਸਮਾਤ ਲੋਕ 'ਤੇ ਅਵਤਾਰ ਲੈ ਕੇ ਜਿਹੋ ਜਿਹੇ ਕੌਤਕ ਵਰਤਾਏ, ਉਹਨਾਂ ਦੇ ਮੁਤਾਬਕ ਪਰਮਾਤਮਾ ਦੇ ਨਾਮ ਪੈ ਗਏ। ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਨੀਲਕੰਠ ਨਰਹਰ ਨਾਰਾਇਣ ਨੀਲ ਬਸਨ ਬਨਵਾਰੀ। ਸਾਰ ਸੰਗ ਤੇ ਪ੍ਰਮਾਤਮਾ ਦੇ ਕਿਰਤਮ ਨਾਮ ਨੇ, ਬੜੇ ਬਿਆਨ ਕੀਤੇ ਨੇ ਗੁਰਬਾਣੀ ਦੇ ਵਿੱਚ। ਪਰ ਅਖੀਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਨ ਇਹ ਕੀਤਾ ਹੈ, ਕਿਰਤਮ ਨਾਮ ਕਥੇ ਤੇਰੇ ਜੇਵਾ, ਸਤਨਾਮ ਤੇਰਾ ਪਰਾਪੂਰਬਲਾ। ਜਿਹੜਾ ਆੜ ਤੋਂ ਹੈ ਪ੍ਰਭੂ ਤੇਰਾ ਨਾਮ ਚੱਲਿਆ ਆ ਰਿਹਾ ਹੈ, ਉਹ ਸਤ ਹੈ, ਉਹ ਅਬਨਾਸੀ ਹੈ। ਪੜ੍ਹੋ ਜੀ। ਸਤਨਾਮ ਕਰਤਾ ਪੁਰਖ। ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਸਾਰ ਸੰਗਤ ਕਰਤਾ ਕਰਤਾ ਵਿੱਚ ਭੇਦ ਹੈ। ਇਨਸਾਨ ਵੀ ਕਈ ਵਾਰ ਕਿਸੇ ਚੀਜ਼ ਦਾ ਕਰਤਾ ਬਣ ਜਾਂਦਾ ਹੈ, ਪਰ ਜਿਸ ਚੀਜ਼ ਦੀ ਉਹ ਇਜਾਦ ਕਰਦਾ ਹੈ, ਘੁਮਿਆਰ ਨੇ ਮਿੱਟੀ ਤੋਂ ਕੋਈ ਬਰਤਨ ਬਣਾ ਦਿੱਤਾ, ਠੀਕ ਹੈ, ਉਹਦੇ ਵਿੱਚ ਉਸ ਦਾ ਆਪਣਾ ਹੁਨਰ ਹੈ, ਉਸ ਦਾ ਆਪਣਾ ਸਕਿੱਲ ਹੈ, ਉਸ ਦੀ ਆਪਣੀ ਕਲਾ ਹੈ। ਪਰ ਜੇ ਮਿੱਟੀ ਹੀ ਨਾ ਹੋਵੇ ਤਾਂ ਘੁਮਿਆਰ ਬਰਤਨ ਨਹੀਂ ਬਣਾ ਸਕਦਾ। ਸੁਨਿਆਰ ਨੇ ਸੋਨੇ ਤੋਂ ਗਹਿਣੇ ਬਣਾ ਦਿੱਤੇ, ਉਹਦੀ ਵੀ ਆਪਣੀ ਕਾਰਾਗਰੀ ਹੈ, ਉਹਦੀ ਆਪਣੀ ਕੁਸ਼ਲਤਾ ਹੈ। ਪਰ ਜੇ ਉਹਦੇ ਪਾਸ ਸੋਨਾ ਹੀ ਨਾ ਹੋਵੇ ਫਿਰ ਉਹ ਗਹਿਣੇ ਨਹੀਂ ਬਣਾ ਸਕਦਾ।
ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਪਰ ਉਸਨੇ ਕਿਵੇਂ ਕੀਤੀ ਹੈ? ਉਹਨੇ ਤਾਂ ਆਪਣਾ ਸਿਰਫ ਇੱਕ ਸੰਕਲਪ ਹੀ ਕੀਤਾ, ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਉਹ ਸ੍ਰਿਸ਼ਟੀ ਦਾ ਕਰਤਾ ਹੈ, ਉਹ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਔਰ ਜੋ ਕੁਝ ਉਸਨੇ ਇੱਕ ਵਾਰ ਬਣਾ ਦਿੱਤਾ, ਨਾ ਉਹਦੇ ਵਿੱਚ ਕਦੇ ਕੋਈ ਵਾਧ ਹੁੰਦੀ ਹੈ, ਨਾ ਕੋਈ ਘਾਟ ਹੁੰਦੀ ਹੈ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਇਸ ਤਰ੍ਹਾਂ ਨਹੀਂ ਵੀ ਅੱਜ ਚੀਜ਼ ਬਣਾ ਦਿੱਤੀ ਕੱਲ੍ਹ ਨੂੰ ਢਾਹ ਦਿੱਤੀ। ਇਹ ਗੱਲ ਜੁਦਾ ਹੈ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਹੋਣੀ ਹੈ, ਉਸਨੇ ਆਪਣੇ ਇੱਕੋ ਹੀ ਸੰਕਲਪ ਦੇ ਨਾਲ ਕਰੋੜਾਂ ਹੀ ਬ੍ਰਹਿਮੰਡ ਸਾਜ ਦਿੱਤੇ। ਜੈ ਆਪ ਰਚਿਓ ਪ੍ਰਪੰਚ ਆਕਾਰ, ਤੇ ਗੁਣ ਮੈਂ ਕੀਨੋ ਵਿਸਥਾਰ। ਪਾਪ ਪੁਣ ਤਹਿ ਭਈ ਕਹਾਵਤ, ਕੋ ਨਰ ਕੋ ਸੁਰਗ ਬੰਛਾਵਤ। ਆਲ ਮਾਲ ਜਾਇਆ ਮਾਇਆ, ਆਲ ਮਾਲ ਮਾਇਆ ਜੰਜਾਲ। ਹਉ ਮੈਂ ਮੋਹ ਭਰਮ ਭੈ ਭਾਰ, ਦੁਖ ਸੁਖ ਮਾਨ ਅਪਮਾਨ। ਅਨਕ ਪ੍ਰਕਾਰ ਕੀਓ ਬਖਿਆਨ, ਆਪਨ ਖੇਲ ਆਪ ਕਰ ਦੇਖੈ। ਖੇਲ ਸੰਕੋਚੈ ਤਾਂ ਨਾਨਕ ਇੱਕ ਹੈ। ਉਸਨੇ ਆਪਣੀ ਖੇਡ ਬਣਾਈ ਹੈ ਇੱਕੋ ਹੀ ਸੰਕਲਪ ਦੇ ਨਾਲ, ਔਰ ਇੱਕੋ ਹੀ ਸੰਕਲਪ ਦੇ ਨਾਲ ਉਸਨੇ ਸਾਰੀ ਦੀ ਸਾਰੀ ਖੇਡ ਸਮੇਟ ਲੈਣੀ ਹੈ। ਜਿਵੇਂ ਬਣਾਉਣ ਨੂੰ ਦੇਰ ਨਹੀਂ ਲਾਈ, ਇਸੇ ਤਰ੍ਹਾਂ ਇਹ ਸਾਰੀ ਸ੍ਰਿਸ਼ਟੀ ਨੂੰ ਆਪਣੇ ਭਾਵ ਦੇ ਸੰਦੂਕ ਵਿੱਚ ਵੀ ਪਰਮਾਤਮਾ ਨੇ ਇੱਕੋ ਹੀ ਸੰਕਲਪ ਦੇ ਨਾਲ ਬੰਦ ਕਰ ਲੈਣਾ ਹੈ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਹਾਂ, ਸਾਰ ਸੰਗਤ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਆਪਣੇ ਸਿਰਫ ਇੱਕੋ ਹੀ ਸੰਕਲਪ ਦੇ ਨਾਲ। ਫਿਰ ਉਹ ਆਪਣੀ ਬਣਾਈ ਸ੍ਰਿਸ਼ਟੀ ਦੇ ਵਿੱਚ ਆਪਣੀ ਕਿਰਤ ਦੇ ਵਿੱਚ ਸਮਾਇਆ ਹੋਇਆ ਵੀ ਹੈ, ਵਿਆਪਕ ਵੀ ਹੈ। ਜਿਹੜਾ ਪੁਰਖ ਦਾ ਮੂਲ ਹੈ ਨਾ, ਉਹ ਸੰਸਕ੍ਰਿਤ ਦਾ ਲਫ਼ਜ਼ ਪੁਰਸ਼ ਹੈ, ਜਿਸ ਦਾ ਅਰਥ ਹੈ ਪੁਰੀਆਂ ਵਿੱਚ ਲੇਟਿਆ ਹੋਇਆ ਜਾਂ ਪੁਰੀਆਂ ਦੇ ਵਿੱਚ ਸੁੱਤਾ ਹੋਇਆ। ਸਾਰ ਸੰਗਤ ਪਰਮਾਤਮਾ ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਫਿਰ ਅੱਗੇ ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ। ਉਹ ਸਾਰ ਸੰਗਤ ਨਿਰਭਉ ਕਿਉਂ ਹੈ? ਡਰ ਕਿਸੇ ਨੂੰ ਹੁੰਦਾ ਜਦੋਂ ਉਸ ਤੋਂ ਕੋਈ ਜ਼ਿਆਦਾ ਸ਼ਕਤੀਸ਼ਾਲੀ ਹੋਵੇ। ਫਿਰ ਅਕਾਲ ਪੁਰਖ ਵਾਹਿਗੁਰੂ ਤੋਂ ਵੱਡੀ ਹੋਰ ਕੋਈ ਸ਼ਕਤੀ ਹੈ ਹੀ ਨਹੀਂ, ਉਸ ਨੂੰ ਡਰ ਕਿਸੇ ਦਾ ਕੀ ਹੋ ਸਕਦਾ ਹੈ? ਉਹ ਨਿਰਭਉ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਸਦਾ ਚਿੰਤਨ ਕਰਦਾ ਉਸ ਨੂੰ ਵੀ ਨਿਰਭਉ ਬਣਾ ਦਿੰਦਾ ਹੈ। ਨਿਰਭਉ ਜਪੈ ਸਗਲ ਭੈ ਮਿਟੈ। ਉਹ ਨਿਰਵੈਰ ਹੈ। ਵੈਰ ਵੀ ਆਪਣੇ ਜਾਂ ਤੇ ਬਰੋਬਰ ਦੇ ਨਾਲ ਹੁੰਦਾ ਹੈ ਜਾਂ ਕਿਸੇ ਨਾਲ ਕੋਈ ਈਰਖਾ ਹੋਵੇ, ਕਿਸੇ ਕਾਰਨ ਕਰਕੇ ਕੋਈ ਵਿਰੋਧਤਾ ਹੋਵੇ। ਜਦੋਂ ਅਕਾਲ ਪੁਰਖ ਵਾਹਿਗੁਰੂ ਦਵੰਦ ਵਿੱਚ ਹੈ ਹੀ ਨਹੀਂ, ਉੱਥੇ ਨਾਨਾਪਣ ਹੈ ਹੀ ਨਹੀਂ, ਉੱਥੇ ਸਿਰਫ ਅਦਵੈਤ ਹੀ ਅਦਵੈਤ ਹੈ। ਉੱਥੇ ਕਿਸੇ ਨਾਲ ਵੈਰ ਕੀ ਹੋ ਸਕਦਾ ਹੈ? ਉਹ ਨਿਰਭਉ ਹੈ। ਕੋਈ ਇਨਸਾਨ ਵੀ ਆਪਣੇ ਆਪ ਨੂੰ ਨਿਰਭਉ ਕਹਾ ਸਕਦਾ ਹੈ, ਪਰ ਉਹ ਨਿਰਭਉ ਹੋ ਕੇ ਕਿਸੇ ਦਾ ਵੈਰੀ ਵੀ ਬਣ ਸਕਦਾ ਹੈ। ਉਹ ਨਿਰਭਉ ਹੋ ਕੇ ਕੋਈ ਦੁਸ਼ਟਾਂ ਵਾਲਾ ਕੰਮ ਵੀ ਕਰ ਸਕਦਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਨਿਰਵੈਰ ਹੈ। ਠੀਕ ਹੈ, ਜੀਵਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦਾ ਫਲ ਭੁਗਤਾਉਂਦਾ ਹੈ, ਪਰ ਵੈਰ ਭਾਵ ਦੇ ਨਾਲ ਨਹੀਂ। ਦਿਆਲੂ ਇੰਨਾ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾ ਪਤ ਲੈ। ਜਿਹੜੇ ਉਹਨੂੰ ਜਾਣਦੇ ਨੇ, ਉਹਦੀ ਹਸਤੀ ਵਿੱਚ ਯਕੀਨ ਰੱਖਦੇ ਨੇ, ਉਹਨਾਂ ਨੂੰ ਵੀ ਰੋਜ਼ੀ ਦਿੰਦਾ ਹੈ। ਜਿਹੜੇ ਕਹਿੰਦੇ ਨੇ ਰੱਬ ਨਾਂ ਦੀ ਸ਼ਕਤੀ, ਰੱਬ ਨਾਂ ਦੀ ਹਸਤੀ ਹੀ ਕੋਈ ਨਹੀਂ, ਭੁੱਖੇ ਤੇ ਉਹ ਵੀ ਨਹੀਂ ਮਰਦੇ। ਦੀਨ ਦਇਆਲ ਦਇਆ ਨਿਧ, ਦੋਖ ਨ ਦੇਖਤ ਹੈ ਪਰ ਦੇਤ ਨਾ ਹਾਰੈ। ਇਸ ਕਰਕੇ ਨਿਰਵੈਰ ਹੈ। ਉਸ ਦੀ ਹਸਤੀ
ਅਕਾਲ ਹੈ। ਕਾਲ ਇੱਕ ਤੇ ਜਿਹੜਾ ਸਭਨਾਂ ਦਾ ਸੰਘਾਰ ਕਰਦਾ ਹੈ, ਮੌਤ, ਉਹ ਮੌਤ ਤੋਂ ਵੀ ਪਰੇ ਹੈ, ਮੌਤ ਤੋਂ ਵੀ ਰਹਿਤ ਹੈ, ਜਾਂ ਫਿਰ ਕਾਲ ਨਾਮ ਸਮੇਂ ਦਾ ਵੀ ਹੈ। ਉਹਦੇ ਉੱਪਰ ਕੋਈ ਸਮੇਂ ਦਾ ਭੇਦ ਵੀ ਲਾਗੂ ਨਹੀਂ ਹੁੰਦਾ। ਉਹ ਅਜੂਨੀ ਹੈ, ਉਹ ਕਿਸੇ ਜੂਨ ਵਿੱਚ ਜਨਮ ਲੈਣ ਵਾਲਾ ਨਹੀਂ। ਇੱਕ ਤੇ ਜਿਸ ਤਰ੍ਹਾਂ ਖਾਣੀਆਂ ਦੇ ਵਿੱਚ ਅੰਡਜ, ਜੇਰਜ, ਸੇਤਜ, ਉਤਭੁਜ, ਇਹ ਚਾਰ ਖਾਣੀਆਂ ਮੰਨੀਆਂ ਨੇ। ਇੱਕ ਆਂਡਿਆਂ ਤੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ, ਜੇਰ ਤੋਂ ਪੈਦਾ ਹੋਣ ਵਾਲੀ ਜਿਸ ਤਰ੍ਹਾਂ ਇਨਸਾਨ ਜਾਂ ਹੋਰ ਜਾਨਵਰ, ਫਿਰ ਸੇਤਜ ਮੁੜਕੇ ਤੋਂ ਪੈਦਾ ਹੋਣ ਵਾਲੀ ਜਾਂ ਉਤਭੁਜ ਜ਼ਮੀਨ ਵਿੱਚ ਉੱਗਣ ਵਾਲੇ ਦਰਖਤ ਆਦਿਕ। ਜੇ ਉਹ ਜੂਨੀ ਵਿੱਚ ਨਹੀਂ ਆਉਂਦਾ ਫਿਰ ਕਿਸ ਤਰ੍ਹਾਂ ਉਸ ਦੀ ਪੈਦਾਸ਼, ਕਿਸ ਤਰ੍ਹਾਂ ਉਸ ਦਾ ਜਨਮ, ਜਾਂ ਕਿਸ ਤਰ੍ਹਾਂ ਉਹ ਹੋਂਦ ਵਿੱਚ ਆਇਆ? ਉਹ ਅਜੂਨੀ ਹੈ, ਜੂਨਾਂ ਵਿੱਚ ਆਉਣ ਵਾਲਾ ਨਹੀਂ। ਫਿਰ ਕਿਵੇਂ ਉਸ ਪਰਮਾਤਮਾ ਦੀ ਹੋਂਦ ਸੰਸਾਰ 'ਤੇ ਸਹਿ ਭੰਗ? ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕੋ ਹੀ ਸੂਤਰ ਦੇ ਵਿੱਚ ਉਹ ਸਾਧ ਸੰਗ, ਜਿੰਨਾ ਇਹ ਟਿਪੀਕਲ ਕੁਐਸਚਨ ਹੈ ਨਾ, ਜਿੰਨਾ ਔਖਾ ਪ੍ਰਸ਼ਨ ਹੈ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਹੀ ਇਸ ਨੂੰ ਸੌਖਾ ਕਰਕੇ ਬਿਆਨ ਕਰ ਦਿੱਤਾ ਹੈ। ਸਵਯੰ ਭੂ, ਇਸ ਸੰਸਕ੍ਰਿਤ ਦੇ ਅਨੁਸਾਰ ਜਿਹੜਾ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੋਵੇ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੋਇਆ, ਆਪਣੇ ਆਪ ਤੋਂ ਹੀ ਬਣਿਆ ਹੈ, ਥਾਪਿਆ ਨਾ ਜਾਏ। ਗੁਰਬਾਣੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਜਦੋਂ ਆਪਾਂ ਪੜ੍ਹਦੇ ਹਾਂ, ਇੱਕ ਓਂਕਾਰ ਦੀ ਵਿਆਖਿਆ ਹੈ ਮੂਲ ਮੰਤਰ, ਔਰ ਮੂਲ ਮੰਤਰ ਦਾ ਵਿਸਥਾਰ ਹੈ ਸ੍ਰੀ ਜਪਜੀ ਸਾਹਿਬ। ਸ੍ਰੀ ਜਪਜੀ ਸਾਹਿਬ ਦਾ ਅੱਗੇ ਸਾਰ ਵਿਸਥਾਰ ਸਮੁੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇੱਥੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਸੂਤਰ ਦੇ ਵਿੱਚ ਇਹ ਗੱਲ ਬਿਆਨ ਕਰ ਦਿੱਤੀ ਹੈ, ਸਹਿ ਭੰਗ, ਆਪਣੇ ਆਪ ਤੋਂ ਹੀ ਪ੍ਰਕਾਸ਼ਵਾਨ। ਅੱਗੇ ਇਸ ਨੂੰ ਖੋਲ੍ਹ ਕੇ ਬਿਆਨ ਕਰ ਦਿੱਤਾ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਜਿਸ ਤਰ੍ਹਾਂ ਜਿਹੜੇ ਸਨਾਤਨ ਖਿਆਲਾਂ ਵਾਲੇ ਜਦੋਂ ਮੰਦਰ ਬਣਾਉਂਦੇ ਨੇ, ਉਹ ਜਿਸ ਦੇਵੀ ਦੇਵਤੇ ਦਾ ਮੰਦਰ ਹੋਵੇ ਉਸ ਦੀ ਮੂਰਤੀ ਉੱਥੇ ਸਥਾਪਿਤ ਕੀਤੀ ਜਾਂਦੀ ਹੈ, ਉਸ ਨੂੰ ਇੰਸਟਾਲ ਕੀਤਾ ਜਾਂਦਾ ਹੈ। ਪਰ ਪਰਮਾਤਮਾ ਦੀ ਬਾਬਤ, ਅਕਾਲ ਪੁਰਖ ਵਾਹਿਗੁਰੂ ਦੀ ਬਾਬਤ ਗੁਰੂ ਬਾਬਾ ਜੀ ਫਰਮਾਨ ਕਰਦੇ ਨੇ, ਉਹ ਸਥਾਪਿਤ ਨਹੀਂ ਕੀਤਾ ਜਾਂਦਾ। ਉਹ ਕਿਸੇ ਦਾ ਬਣਾਇਆ ਹੋਇਆ ਨਹੀਂ ਬਣਿਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਫਿਰ ਕਿਵੇਂ ਬਣ ਗਿਆ? ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਤੋਂ ਹੀ ਬਣਿਆ, ਆਪਣੇ ਆਪ ਤੋਂ ਹੀ ਪ੍ਰਗਟ ਹੋਇਆ, ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ। ਸਾਰ ਸੰਗਤ ਐਸਾ ਸਮਰੱਥ ਅਕਾਲ ਪੁਰਖ ਵਾਹਿਗੁਰੂ, ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰਪ੍ਰਸਾਦ। ਇਹ ਮਾਨੋ ਗੁਰਮਤਿ ਦਾ ਇੱਕ ਨਿਚੋੜ ਹੈ ਕਿ ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ। ਉਸ ਦੀ ਪ੍ਰਾਪਤੀ ਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦੀ ਹੈ। ਜਿੰਨੀ ਦੇਰ ਤੱਕ ਗੁਰੂ ਬਖਸ਼ਿਸ਼ ਨਹੀਂ ਕਰਦਾ, ਇਨਸਾਨ ਆਪਣੇ ਉਦਮ ਦੇ ਨਾਲ, ਉਦਮ ਕਰਨਾ ਇਨਸਾਨ ਨੇ ਜ਼ਰੂਰ, ਉਦਮ ਕਰੋ ਵਡਭਾਗੀ ਹੋ, ਸਿਮਰੋ ਹਰ ਹਰ ਰਾਏ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨਾਵੈ। ਸਗਲ ਉਦਮ ਹੈ ਉਦਮ ਭਲਾ, ਹਰ ਕਾ ਨਾਮ ਜਪੋ ਜੀਓ ਸਦਾ। ਸਾਰਿਆਂ ਤੋਂ ਸ੍ਰੇਸ਼ਟ ਉਦਮ ਹੈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ। ਉਦਮ ਇਨਸਾਨ ਨੇ ਆਪਣੀ ਵੱਲੋਂ ਜ਼ਰੂਰ ਕਰਨਾ ਹੈ, ਪਰ ਆਸ ਹਮੇਸ਼ਾ ਪਰਮਾਤਮਾ ਦੀ, ਅਕਾਲ ਪੁਰਖ ਗੁਰੂ ਦੀ ਬਖਸ਼ਿਸ਼ ਦੀ, ਗੁਰੂ ਦੇ ਪ੍ਰਸਾਰ ਦੀ ਆਸ ਰੱਖਣੀ ਹੈ। ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਤੇ ਗੁਰੂ ਨੇ ਤੇ ਮਿਹਰ ਭਰੀ ਦ੍ਰਿਸ਼ਟੀ ਪਾਉਣੀ ਹੈ। ਕੱਚੋਂ ਕੰਚਨ ਭਇਓ, ਸ਼ਬਦ ਗੁਰੂ ਸਰਵਣੈ ਸੁਣਿਓ। ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹਿਓ ਹੋਇਓ ਲਾਲ, ਨਦਰ ਸਤਿਗੁਰ ਜਰ ਧਾਰੈ।
ਜਦੋਂ ਮੇਰ ਭਰੀ ਦ੍ਰਿਸ਼ਟੀ ਪਾ ਦਿੱਤੀ ਨਾ ਗੁਰੂ ਨੇ, ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ੍ਰੀ ਖੰਡ ਸਤਿਗੁਰੂ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਰੂ ਮਿਹਰ ਭਰੀ ਦ੍ਰਿਸ਼ਟੀ ਕਿਸੇ ਚੋਰ 'ਤੇ ਵੀ ਪਾ ਦੇਵੇ ਨਾ, ਉਸ ਨੂੰ ਵੀ ਸਾਧ ਬਣਾ ਦਿੰਦਾ ਹੈ। ਤਾਂ ਜਦੋਂ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਹੁੰਦੀ ਹੈ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਪੈਂਦੀ ਹੈ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਸਾਰ ਸੰਗਤ ਅੱਜ ਦਾਸ ਨੂੰ ਇੰਨਾ ਹੀ ਹੁਕਮ ਹੋਇਆ ਸੀ, ਇੱਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਗੁਰਬਾਣੀ ਦੀ ਵਿਚਾਰ ਕਰਨ ਦਾ। ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਉਹ ਭਾਵੇਂ ਜੇ ਮੂਲ ਮੰਤਰ ਦੀ ਵਿਆਖਿਆ ਕਰਨੀ ਹੋਵੇ, ਕਈ ਵਾਰ ਤੇ ਬਹੁਤ ਸਾਰੇ ਵਿਦਵਾਨ ਕਈ ਦਿਨ ਇੱਕ ਓਂਕਾਰ ਦੀ ਕਥਾ ਹੀ ਕਰਦੇ ਰਹਿੰਦੇ ਹਨ, ਪਰ ਫਿਰ ਵੀ ਆਪਾਂ ਥੋੜ੍ਹੇ ਔਰ ਸੰਖੇਪ ਲਫ਼ਜ਼ਾਂ ਦੇ ਵਿੱਚ ਗੁਰੂ ਕੀ ਪਵਿੱਤਰ ਬਾਣੀ ਦੇ ਨਾਲ, ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਯਤਨ ਕੀਤਾ ਹੈ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਪੜ੍ਹ ਲੈਣਾ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਰਾਜਾ ਨਾ ਰਾਜ, ਭਾਨਾ ਨਾ ਭਾਨ, ਦੇਵਾਨ ਦੇਵ, ਉਪਮਾ ਮਹਾਨ। ਰਾਜਿਆਂ ਦੇ ਰਾਜੇ, ਦੇਵਤਿਆਂ ਦੇ ਦੇਵਤੇ, ਸੂਰਜਾਂ ਦੇ ਸੂਰਜ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਪਵਿੱਤਰ ਆਤਮਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਜੋ ਸਤਿਗੁਰੂ ਜੀ ਦੇ ਚਰਨ ਛੰਨ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਔਰ ਆਪਣੇ ਅਤਿਅੰਤ ਵੱਡੇ ਭਾਗ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਲੜੀਵਾਰ ਕਥਾ ਜੋ ਪਿਛਲੇ ਲੰਬੇ ਸਮੇਂ ਤੋਂ ਲਗਭਗ 15 ਸਾਲਾਂ ਤੋਂ ਆਰੰਭ ਹੋਈ ਸੀ, ਜਿਸ ਦੇ ਅੱਜ ਸਮਾਪਤੀ ਹੋਈ ਹੈ। ਸਮਾਪਤੀ ਵਜੋਂ ਕਥਾ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਤਖਤ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਕੀਤੀ, ਔਰ ਕਥਾ ਦੀ ਆਰੰਭਤਾ ਮਹਾਨ ਵਿਦਵਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਪਾਸੋਂ ਆਪਾਂ ਸਰਵਣ ਕੀਤੀ ਹੈ। ਜਿਨ੍ਹਾਂ ਵੀ ਗੁਰਮੁਖਾਂ ਨੇ, ਵਿਦਵਾਨ ਸੱਜਣਾ ਨੇ, ਗਿਆਨੀ ਸਿੰਘਾਂ ਨੇ ਕਥਾ ਵਿੱਚ ਹਾਜ਼ਰੀਆਂ ਭਰੀਆਂ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਹਰਮੀਤ ਸਿੰਘ ਜੀ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਜੀ ਕਾਲੋਂ, ਔਰ ਧਰਮ ਪ੍ਰਚਾਰ ਕਮੇਟੀ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਵਿਦਵਾਨ ਸੱਜਣ, ਗੁਰਮੁਖ, ਗਿਆਨੀ ਸਿੰਘ ਹਾਜ਼ਰੀ ਭਰਨਗੇ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਹਾਂ। ਮਨੋਰਥ ਕੇਵਲ ਕਮੇਟੀ ਦਾ ਇੱਕੋ ਹੀ ਕਿ ਜੋ ਗੁਰੂ ਦਾ ਉਪਦੇਸ਼ ਹੈ ਘਰ ਘਰ ਤੱਕ ਪਹੁੰਚੇ। ਜਦੋਂ ਇਹ ਕਥਾ ਆਰੰਭ ਹੋਈ ਸੀ, ਉਸ ਵੇਲੇ ਕੋਈ ਸੋਸ਼ਲ ਮੀਡੀਆ ਜਾਂ ਲਾਈਵ ਚੈਨਲਾਂ ਦਾ ਇੰਨਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ। ਅੱਜ ਕੱਲ੍ਹ ਲਗਭਗ ਪਿਛਲੇ 13 ਸਾਲਾਂ ਤੋਂ ਇਹ ਕਥਾ ਲਾਈਵ ਚੱਲ ਰਹੀ ਹੈ। ਜਿਹੜੀਆਂ ਸੰਗਤਾਂ ਘਰ ਬੈਠੀਆਂ ਲਾਹਾ ਲੈਂਦੀਆਂ ਨੇ, ਉਹਨਾਂ ਨੂੰ ਵੀ ਵਧਾਈ। ਗੁਰੂ ਸਾਹਿਬ ਫਰਮਾਨ ਕਰਦੇ ਨੇ, ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ। ਜਿਹੜੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਨੇ, ਗੁਰਬਾਣੀ ਦੀ ਕਥਾ ਸੁਣਦੇ ਨੇ, ਮੈਂ ਬਲਿਹਾਰ ਜਾਵਾਂ ਉਹਨਾਂ ਤੋਂ। ਜਿਹੜੇ ਘਰ ਬੈਠੇ ਸੁਣਦੇ ਨੇ, ਔਰ ਜਿਹੜੇ ਸੱਜਣ ਗੁਰੂਦੁਆਰ ਵਿੱਚ ਆ ਕੇ ਇਸ ਦਰਬਾਰ ਵਿੱਚ ਹਾਜ਼ਰੀ ਭਰ ਕੇ ਸੁਣਦੇ ਨੇ, ਅਤੇ ਗੁਰੂ ਪਾਤਸ਼ਾਹ ਉਹਨਾਂ ਨੂੰ ਵੀ ਕਹਿੰਦੇ ਨੇ
ਪੂਰੇ ਤੇ ਪ੍ਰਧਾਨ ਨਿਵਾਵੇ ਹਰ ਮਥਾ, ਜਿਹੜੇ ਇੱਥੇ ਆ ਕੇ ਨਮਸਕਾਰ ਕਰਦੇ ਨੇ ਔਰ ਗੁਰੂ ਕੀ ਬਾਣੀ ਸਰਵਣ ਕਰਦੇ ਨੇ। ਸੋ ਇਹ ਕਥਾ ਸਵੇਰੇ 7:30 ਤੋਂ 8:30 ਵਜੇ ਤੱਕ ਹੁੰਦੀ ਹੈ। ਕੱਲ ਦੀ ਕਥਾ ਦੀ ਹਾਜ਼ਰੀ ਵੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਭਰਨਗੇ ਔਰ ਪਰਸੋਂ ਵੀ 3 ਦਿਨ ਆਪਾਂ ਬਾਬਾ ਜੀਆਂ ਪਾਸੋਂ ਕਥਾ ਸਰਵਣ ਕਰਾਂਗੇ। ਗਿਆਨੀ ਜਗਤਾਰ ਸਿੰਘ ਜੀ ਜੋ ਉਚੇਚੇ ਤੌਰ ਤੇ ਸਮਾਂ ਕੱਢ ਕੇ ਦਰਬਾਰ ਸਾਹਿਬ ਤੋਂ ਪਹੁੰਚੇ ਨੇ, ਉਹਨਾਂ ਦਾ ਵੀ ਅਸੀਂ ਕਮੇਟੀ ਵੱਲੋਂ ਜੀ ਆਇਆਂ ਕਹਿੰਦੇ ਹਾਂ, ਧੰਨਵਾਦ ਕਰਦੇ ਹਾਂ। ਹੁਣ ਅਗਲੀ ਕੀਰਤਨ ਦੀ ਹਾਜ਼ਰੀ ਹਜ਼ੂਰੀ ਰਾਗੀ ਨਿਰਮਲ ਸਿੰਘ ਜੀ ਭਰਨਗੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬਾਬਾ ਜੀਆਂ ਦਾ, ਗਿਆਨੀ ਜਗਤਾਰ ਸਿੰਘ ਜੀ ਦਾ ਇੱਕ ਵਾਰ ਫਿਰ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।